मेरा नानक बोलै बुलाया तेरा। जेता जियो बिन सब तेरा, तू अंतरजामी पुरख भगवान। दासन दास कहे जन नानक, जिया तू कराए तियाहो करी बख्यान। सतनाम श्री वाहिगुरु साहिब जी। राग सोरठ। भूखे भगत न कीजै, जिह माला अपनी लीजै। हों मांगो संतर इना, मैं नाई किसी का देना। माधो कैसी बनै तुम संगे, आप ना देहो ताले वो मंगे रहाओ। दोय सिर मांगो चूना, पाओ घिओ संग लूना। आसिर मांगो दाले, मोको दोनों वक्त जीवाले। खाट मांगो चौपाई, सिरहाना अवर तुलाई। ऊपर को मांगो कींदा, तेरी भगत करै जन थींदा। मैं नाही कीता लभो, एक नाम तेरा मैं फब्बो। कह कबीर मन मानिया, मन मानिया तो हर जानिया। कह कबीर मन मानिया, मन मानिया तो हर जानिया। वाहिगुरु जी का खालसा, वाहिगुरु जी की फतेह। परम सत्कारयोग गुरु जी दी साजी नवाजी साध संगत जीओ। गुरबाणी इस जग में चानण, करम वसै मन आए। गुरबाणी ਦਾ ਮਹਾਨ ਚਾਨਣ ਪ੍ਰਕਾਸ਼, ਜੋ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਮਨ ਦੇ ਵਿੱਚ ਵਸਦਾ ਹੈ। ਐਸੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅਰਦਾਸ ਬੇਨਤੀ ਹੈ, ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਗੁਰਬਾਣੀ ਦਾ ਮਹਾਨ ਪ੍ਰਕਾਸ਼ ਚਾਨਣ ਸਾਡੇ ਮਨਾਂ ਦੇ ਵਿੱਚ ਵਸ ਜਾਵੇ। ਜਦੋਂ ਮਨ ਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਚਾਨਣ ਵਸ ਗਿਆ, ਫਿਰ ਕੀ ਹੁੰਦਾ ਹੈ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇਹ ਮਨ ਪ੍ਰਕਾਸ਼ਿਤ ਹੋ ਜਾਵੇਗਾ, ਭਾਵ ਆਪਣੀ ਸਵੈ ਸ਼ਕਤੀ ਨੂੰ ਜਾਣ ਲਵੇਗਾ। ਪਤਾ ਲੱਗ ਜਾਵੇਗਾ ਕਿ ਮੇਰੇ ਕੋਲ ਕੀ ਕੁਝ ਪਿਆ ਹੋਇਆ ਹੈ। ਜਿਵੇਂ ਆਪਣੇ ਘਰ ਦੇ ਵਿੱਚ ਰਾਤ ਦਾ ਹਨੇਰਾ ਹੋਵੇ, ਬੜੀਆਂ ਕੀਮਤੀ ਵਸਤੂਆਂ ਘਰ ਵਿੱਚ ਪਈਆਂ ਨੇ, ਖਾਣ ਵਾਲੇ 36 ਪ੍ਰਕਾਰ ਦੇ ਪਦਾਰਥ ਪਏ ਨੇ ਰਸੋਈ ਵਿੱਚ, ਪਰ ਹਨੇਰਾ ਹੋਵੇ ਅਤੇ ਆਪਾਂ ਉਹਨਾਂ ਪਦਾਰਥਾਂ ਦਾ ਲਾਭ ਨਹੀਂ ਲੈ ਸਕਦੇ, ਨਾ ਹੀ ਉਹ ਸਾਨੂੰ ਹਨੇਰੇ ਵਿੱਚ ਦਿਖਾਈ ਦਿੰਦੇ ਨੇ। ਇਸ ਕਰਕੇ ਵੇਖੋ, ਜਦੋਂ ਮਨੁੱਖ ਰੋਟੀ ਵੀ ਖਾਵੇ ਅਤੇ ਚਾਨਣ ਵਿੱਚ ਬੈਠ ਕੇ ਖਾਂਦਾ ਹੈ, ਕਿਉਂਕਿ ਜਿਸ ਚੀਜ਼ ਨੂੰ ਭੋਗਣਾ ਹੈ ਉਹਦੇ ਨਾਲ ਪ੍ਰਕਾਸ਼ ਹੋਵੇ ਤਾਂ ਉਹਦਾ ਰਸ ਹੋਰ ਵੱਧ ਜਾਂਦਾ ਹੈ। ਸੋ ਇਸ ਤਰ੍ਹਾਂ ਜਦੋਂ ਸਾਡੇ ਮਨ ਵਿੱਚ ਜਿਹੜਾ ਅੰਧਕਾਰ, ਅਵਿਦਿਆ, ਅਸਮਤਾ, ਈਰਖਾ, ਦਵੈਸ਼, ਇਹ ਚੀਜ਼ਾਂ ਦਾ ਪਰਦਾ ਹੈ ਦੂਰ ਹੋ ਗਿਆ,
ਤਾਂ ਫਿਰ ਜੀਵਨ ਦਾ ਆਨੰਦ ਕੁਝ ਹੋਰ ਹੋਵੇਗਾ, ਜਿਸ ਨੂੰ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਇਸ ਤਰ੍ਹਾਂ ਫਰਮਾਨ ਕਰਦੇ ਨੇ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ, ਕਿ ਮੈਨੂੰ ਉਹ ਜੀਵਨ ਮਿਲ ਗਿਆ ਹੈ ਜਿਸ ਦਾ ਰਸ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਜੀਵਨ ਮਿਲਦਾ ਹੈ ਗੁਰਬਾਣੀ ਦੀ ਰੋਸ਼ਨੀ ਦੇ ਨਾਲ, ਗੁਰਬਾਣੀ ਦੇ ਪ੍ਰਕਾਸ਼ ਦੇ ਨਾਲ। ਸੋ ਆਓ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸੋਠ ਰਾਗਣੀ ਦੇ ਅੰਦਰ 656 ਅੰਗ ਤੇ ਹੈ। ਇਹ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਪਾਠ ਸਰਵਣ ਕੀਤਾ ਹੈ, ਭਗਤ ਕਬੀਰ ਸਾਹਿਬ ਜੀ, ਇਹ ਗੁਰਮੁਖਾਂ ਦੀ ਉਸ ਅਵਸਥਾ ਦਾ ਸ਼ਬਦ ਹੈ ਜਦੋਂ ਉਹ ਰੱਬ ਨਾਲ ਇੱਕ ਹੋ ਜਾਂਦੇ ਨੇ। ਤਾਂ ਜਦੋਂ ਰੱਬ ਨਾਲ ਉਹਨਾਂ ਦਾ ਪਿਆਰ ਪੈ ਗਿਆ, ਰੱਬ ਨਾਲ ਇੱਕ ਹੋ ਗਏ, ਕਹਿੰਦੇ ਪ੍ਰਮਾਤਮਾ ਹੁਣ ਅਸੀਂ ਕਿਸੇ ਹੋਰ ਦਰ ਤੋਂ ਜਾ ਕੇ ਨਹੀਂ ਮੰਗਣਾ, ਜੋ ਕੁਝ ਸਾਡੀਆਂ ਲੋੜਾਂ ਨੇ ਉਹ ਅਸੀਂ ਤੇਰੇ ਕੋਲੋਂ ਹੀ ਮੰਗਣੀਆਂ ਨੇ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੇ ਖੁਦਾ, ਹੇ ਅੱਲਾਹ ਤਾਲਾ, ਮੇਰੀ ਹੁਣ ਇੱਕ ਮੰਗ ਹੈ, ਅਰਦਾਸ ਹੈ, ਬੇਨਤੀ ਹੈ ਕਿ ਮੈਨੂੰ ਹੁਣ ਕਿਸੇ ਹੋਰ ਦਰ 'ਤੇ ਧੱਕਾ ਨਾ ਮਾਰੀਏ, ਮੈਂ ਕਿਸੇ ਹੋਰ ਦਰ 'ਤੇ ਨਹੀਂ ਜਾਣਾ, ਜੋ ਕੁਝ ਲੈਣਾ ਤੇਰੇ ਕੋਲੋਂ ਲੈਣਾ ਹੈ। ਅਤੇ ਜੇ ਮੈਨੂੰ ਕਿਸੇ ਹੋਰ ਦਰ ਦਾ ਭਿਖਾਰੀ ਬਣਾਉਣਾ, ਇਹਦੇ ਨਾਲੋਂ ਤਾਂ ਚੰਗਾ ਮੇਰੀ ਜਾਨ ਕੱਢ ਲਈ। ਭਾਵ ਉਹ ਅਵਸਥਾ ਜਦੋਂ ਰੱਬ ਨਾਲ ਗੁਰਮੁਖ ਦੀਆਂ ਭਗਤ ਦੀਆਂ ਸਿੱਧੀਆਂ ਗੱਲਾਂ ਹੁੰਦੀਆਂ ਨੇ, ਕਿਉਂਕਿ ਸਰੀਰ ਦੀ ਲੋੜ ਤਾਂ ਆਪਣੇ ਥਾਂ 'ਤੇ ਤਾਂ ਸਦਾ ਰਹਿਣੀ ਜਦੋਂ ਤੱਕ ਸਰੀਰ ਮੁੱਕਦਾ ਨਹੀਂ ਹੈ। ਇਹ ਲੋੜ ਗ੍ਰਸਤੀ ਨੂੰ ਵੀ ਹੈ, ਜੋਗੀ ਨੂੰ ਵੀ ਹੈ, ਭਗਤ ਨੂੰ ਵੀ, ਸਾਰਿਆਂ ਨੂੰ ਹੀ ਹੈ। ਪਰ ਆਪਾਂ ਵੇਖਦੇ ਹਾਂ ਜੋਗੀ ਵੀ ਜਦੋਂ ਉਹ ਲੋੜ ਪੂਰੀ ਕਰਨ ਵਾਸਤੇ ਲੋਕਾਂ ਦੇ ਘਰ ਜਾ ਕੇ ਮੰਗਦੇ ਨੇ, ਨਾਲੇ ਲੋਕਾਂ ਨੂੰ ਮਾੜਾ ਕਹਿੰਦੇ ਨੇ, ਤਾਂ ਹੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ ਜੋਗੀਆਂ ਨੂੰ, ਜੋ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ, ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਹੈ ਕਿ ਇੱਕ ਪਾਸੇ ਤੁਸੀਂ ਗ੍ਰਸਤੀਆਂ ਨੂੰ ਮਾੜਾ ਆਖਦੇ ਹੋ, ਨਿੰਦਦੇ ਹੋ, ਫਿਰ ਉਹਨਾਂ ਦੇ ਘਰ ਹੀ ਮੰਗਣ ਵਾਸਤੇ ਚਲੇ ਜਾਂਦੇ ਹੋ, ਨਾਲੇ ਉਹਨਾਂ ਨੂੰ ਮਾੜਾ ਆਖਦੇ ਹੋ, ਨਾਲੇ ਮੰਗਣ ਚਲੇ ਜਾਂਦੇ ਹੋ। ਤਾਂ ਇਸ ਤਰ੍ਹਾਂ ਲੋੜ ਦੀ ਇਹ ਜਿਹੜੀ ਹੈ ਰੋਟੀ ਪਾਣੀ ਪ੍ਰਸ਼ਾਦਾ, ਇਹ ਤਾਂ ਸਰੀਰ ਨੂੰ ਲੋੜ ਪੈਣੀ ਹੈ। ਪਰ ਭਗਤ ਇਸ ਅਵਸਥਾ ਵਿੱਚ ਚਲਾ ਜਾਂਦਾ, ਉਹ ਕਹਿੰਦਾ ਮੈਂ ਮੰਗ ਕੇ ਨਹੀਂ ਖਾਵਾਂਗਾ, ਮੈਂ ਕਿਸੇ ਦਾ ਭਿਖਾਰੀ ਨਹੀਂ ਬਣਾਂਗਾ, ਤੂੰ ਐਸੀ ਵਿਧ ਬਣਾ ਕਿ ਮੈਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ, ਮੈਂ ਤੇਰੇ ਕੋਲੋਂ ਹੀ ਮੰਗਣਾ ਹੈ, ਮੈਂ ਕਿਸੇ ਹੋਰ ਦਾ ਜਾਚਕ ਨਹੀਂ ਬਣਨਾ। ਤਾਂ ਬਾਬਾ ਫਰੀਦ ਜੀ ਨੇ ਜਿਹੜੇ ਬਚਨ ਆਖੇ ਨੇ, ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰੋਂ ਲੇਹ। ਹੇ ਖੁਦਾ, ਮੈਨੂੰ ਹੁਣ ਪਰਾਏ ਦੀਵਾਰ 'ਤੇ, ਪਰਾਏ ਬਾਰ 'ਤੇ, ਦਰਵਾਜ਼ੇ 'ਤੇ ਨਾ ਜਾਣਾ ਪਵੇ। ਜੇ ਤੂੰ ਕਿਤੇ ਮੈਨੂੰ ਐਸੀ ਮੇਰੀ ਕਿਰਤ ਬਣਾਈ ਹੈ ਤਾਂ ਇਹਦੇ ਨਾਲੋਂ ਮੇਰੀ ਜਿੰਦ ਹੀ ਕੱਢ ਲੈ। ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇਹ। ਇੰਨਾ ਰੱਬ ਦੇ ਨੇੜੇ ਹੋ ਗਿਆ, ਹੁਣ ਉਹ ਕਿਸੇ ਦਾ ਮੁਤਾਜ ਨਹੀਂ ਰਹਿ ਗਿਆ। ਇਸ ਕਰਕੇ ਨਾ ਉਹ ਕਿਸੇ ਨੂੰ, ਉਹਨੂੰ ਕੋਈ ਹੋਰ ਲੱਗਦਾ ਵੀ ਮੈਨੂੰ ਇਹ ਕੁਝ ਦੇ ਸਕਦਾ। ਇਸ ਕਰਕੇ ਭਗਤ ਰੱਬ ਨੂੰ ਹੀ ਕਹਿੰਦਾ, ਪ੍ਰਮਾਤਮਾ ਤੂੰ ਮੈਨੂੰ ਜੋ ਦੇਣਾ ਹੈ ਮੈਂ ਤੇਰੇ ਕੋਲੋਂ ਹੀ ਲੈਣਾ, ਮੈਂ ਕਿਸੇ ਹੋਰ ਕੋਲੋਂ ਨਹੀਂ ਮੰਗਣਾ। ਭਾਵ ਦੁਨਿਆਵੀ ਪਦਾਰਥਾਂ ਦੇ ਲੋਭ ਤੋਂ ਬਿਰਤੀ ਉੱਪਰ ਚਲੀ ਜਾਂਦੀ, ਸੰਤੋਖ ਆ ਜਾਂਦਾ ਹੈ ਕਿ ਰੱਬ ਜੋ ਵੀ ਦੇ ਰਿਹਾ ਹੈ ਉਹ ਠੀਕ ਹੈ। ਇੰਨੀ ਉੱਚੀ ਅਵਸਥਾ ਉਹਦਾ ਜ਼ਿਕਰ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਕੀਤਾ ਹੈ। ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਰਾਗ ਸੋਰਠ। ਸੋਠ ਰਾਗਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਭੂਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੈ। ਕਹਿੰਦੇ ਹੈ ਨਿਰੰਕਾਰ ਪਰਮੇਸ਼ਵਰ ਜੀਓ,
ਸਰੀਰ ਭੁੱਖਾ ਹੋਵੇ ਤੇਰੀ ਭਗਤੀ ਨਹੀਂ ਕਰ ਸਕਦਾ। ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ, ਕਿਉਂਕਿ ਸਰੀਰ ਨੂੰ ਰੋਟੀ ਚਾਹੀਦੀ ਹੈ। ਤਾਂ ਹੀ ਤਾਂ ਦੇਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੀ ਬਖਸ਼ਿਸ਼ ਕੀਤੀ ਹੈ, ਜਿੱਥੇ ਭਜਨ ਦਾ ਲੰਗਰ ਚਲਾਇਆ। ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀ ਹੈ। ਜਿੱਥੇ ਸ਼ਬਦ ਦਾ ਲੰਗਰ ਚਲਾਇਆ ਮਹਾਰਾਜ ਜੀ ਨੇ, ਉੱਥੇ ਨਾਲ ਪਦਾਰਥ ਦਾ ਲੰਗਰ ਵੀ ਚਲਾਇਆ ਹੈ। ਬਲਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਮਰਿਆਦਾ ਨੂੰ ਤਾਂ ਹੋਰ ਬੜੀ ਗਹਿਰਾਈ ਨਾਲ ਪਰਪੱਕ ਕਰਦਿਆਂ ਹੋਇਆਂ ਇਹ ਹੁਕਮ ਕੀਤਾ ਵੀ ਸਾਡਾ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇਗਾ ਜਿਹੜਾ, ਉਹੀ ਸਾਡੀ ਸੰਗਤ ਵਿੱਚ ਆ ਕੇ ਬੈਠੇਗਾ। ਪਹਿਲਾਂ ਪੰਗਤ ਪਾਛੇ ਸੰਗਤ। ਪਹਿਲਾਂ ਲੰਗਰ ਪ੍ਰਸ਼ਾਦਾ ਛਕ ਕੇ ਆਓ ਕੁਝ ਨਾ ਕੁਝ, ਕਿਉਂਕਿ ਜੇ ਆਪਾਂ ਭੁੱਖੇ ਬੈਠੇ ਆ ਨਾ ਸੰਗਤ ਦੇ ਵਿੱਚ, ਤੇ ਮਨ ਰੋਟੀਆਂ ਨੂੰ ਹੀ ਯਾਦ ਕਰੀ ਜਾਂਦਾ ਹੈ। ਧਿਆਨ ਉਸ ਪਾਸੇ ਲੱਗਾ ਰਹਿੰਦਾ ਹੈ ਵੀ ਪਤਾ ਨਹੀਂ ਕਦੋਂ ਸਮਾਪਤੀ ਹੋਵੇ ਤੇ ਜਾ ਕੇ ਲੰਗਰ ਛਕੀਏ। ਪਰ ਜੇ ਕੁਝ ਛਕਿਆ ਹੈ ਫਿਰ ਮਨ ਸੁਣਦਾ ਹੈ, ਫਿਰ ਸੰਗਤ ਦਾ ਸਾਨੂੰ ਲਾਭ ਮਿਲਦਾ ਹੈ। ਨਹੀਂ ਤਾਂ ਇਹ ਮਨ ਰੋਟੀਆਂ ਦੀ ਹੀ ਪਰਿਕਰਮਾ ਕਰੀ ਜਾਂਦਾ ਹੈ। ਇਸ ਕਰਕੇ ਗੁਰਮੁਖ ਵਾਹਿਗੁਰੂ ਦੇ ਚਰਨਾਂ ਵਿੱਚ ਕਹਿੰਦਾ ਹੈ, ਵਾਹਿਗੁਰੂ ਭੂਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੈ। ਮਾਲਾ ਭਗਤ ਕਬੀਰ ਸਾਹਿਬ ਜੀ ਮਾਲਾ ਨਹੀਂ ਫੇਰਦੇ ਸਨ। ਮਾਲਾ ਇੱਕ ਪ੍ਰਤੀਕ ਹੈ ਭਗਤੀ ਕਰਨ ਦੀ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਗੌਰ ਨਾਲ ਪੜ੍ਹੀਏ, ਉਹ ਤਾਂ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਜਗਿਆਸੂਆਂ ਨੇ ਕਿਹਾ ਸੀ ਤੁਹਾਡੇ ਕੋਲ ਮਾਲਾ ਕਿਹੜੀ ਹੈ? ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਮਾਲਾ ਨਹੀਂ ਫੇਰਦੇ। ਭਗਤ ਕਬੀਰ ਸਾਹਿਬ ਕਹਿੰਦੇ ਮਾਲਾ ਫੇਰਦੇ ਹਾਂ। ਕਿਹੜੀ ਮਾਲਾ ਤੁਹਾਡੇ ਕੋਲ? ਕਹਿੰਦੇ ਮੈਂ ਆਪਣੀ ਰਸਨਾ ਨੂੰ, ਆਪਣੀ ਜੀਭਾ ਨੂੰ ਹੀ ਮਾਲਾ ਬਣਾਇਆ ਹੋਇਆ। ਕਬੀਰ ਮੇਰੀ ਸਿਮਰਨੀ, ਸਿਮਰਨੀ ਕਹੀਏ ਮਾਲਾ। ਮੇਰੀ ਮਾਲਾ ਕਿਹੜੀ ਹੈ? ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਜਿੰਨੇ ਵੀ ਭਗਤ ਹੋਏ ਨੇ ਆਦ ਤੋਂ ਸਾਰਿਆਂ ਯੁਗਾਂ ਦੇ ਵਿੱਚ, ਆਦ ਭਗਤ ਜਿਹੜੇ ਪੁਰਾਤਨ ਭਗਤ ਫਿਰ ਸਾਰਿਆਂ ਯੁਗਾਂ ਵਿੱਚ ਭਗਤ ਹੋਏ ਨੇ। ਭਗਤ ਕਬੀਰ ਸਾਹਿਬ ਕਹਿੰਦੇ ਸਾਰੇ ਹੀ ਭਗਤਾਂ ਨੇ ਆਪਣੀ ਰਸਨਾ ਨੂੰ ਹੀ ਮਾਲਾ ਬਣਾਇਆ ਸੀ। ਵਾਹਿਗੁਰੂ ਵਾਹਿਗੁਰੂ ਸਾਡੀ ਰਸਨਾ ਜਪੇ, ਇਸ ਤੋਂ ਵੱਡੀ ਮਾਲਾ ਹੋਰ ਕਿਹੜੀ ਹੈ? ਬਸ ਇਸ ਮਾਲਾ ਦਾ ਧਿਆਨ ਰੱਖਣਾ ਹੈ। ਜਦੋਂ ਆਪਾਂ ਵਾਹਿਗੁਰੂ ਬੋਲਣਾ ਹੈ ਤੇ ਸਾਡਾ ਧਿਆਨ ਸਾਡੀ ਰਸਨਾ 'ਤੇ ਹੋਣਾ ਚਾਹੀਦਾ ਹੈ। ਜਦੋਂ ਰਸਨਾ 'ਤੇ ਧਿਆਨ ਆਵੇਗਾ, ਫਿਰ ਰਸਨਾ ਤੋਂ ਜੋ ਸ਼ਬਦ ਪੈਦਾ ਹੋ ਰਿਹਾ ਹੈ ਫਿਰ ਉਸ ਦੇ ਵਿੱਚ ਧਿਆਨ ਜਾਵੇਗਾ। ਜਦੋਂ ਉਸ ਵਿੱਚ ਧਿਆਨ ਜਾਵੇਗਾ, ਫਿਰ ਸਾਡਾ ਸੁਰਤੀ ਜਿਹੜੀ ਹੈ ਹੋਰ ਗਹਿਰਾਈ ਵਿੱਚ ਜਾਵੇਗੀ। ਜਿੱਥੋਂ ਸ਼ਬਦ ਆ ਰਿਹਾ ਹੈ ਫਿਰ ਉੱਥੇ ਸੁਰਤੀ ਜਾਏਗੀ। ਤੇ ਇੱਕ ਦਿਨ ਐਸਾ ਆਵੇਗਾ, ਜੇ ਇਹ ਅਭਿਆਸ ਚੱਲਦਾ ਰਿਹਾ ਇਸੇ ਤਰ੍ਹਾਂ ਪੂਰੀ ਸਾਵਧਾਨੀ ਦੇ ਨਾਲ, ਤਾਂ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਵਿੱਚ ਇਵੇਂ ਲੀਨ ਹੋ ਜਾਵੇਗੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਾਡੀ ਆਤਮਾ ਨਾ ਜੜ ਰੂਪ ਹੋਈ ਪਈ ਹੈ। ਜੜ ਮੈਨੇ ਜਿਹੜੀ ਚੀਜ਼ ਚੱਲੇ ਨਾ, ਉਹਨੂੰ ਕਹਿੰਦੇ ਜੜ ਹੋ ਗਈ ਹੈ। ਜਿਵੇਂ ਪਾਣੀ ਠੰਡ ਪੈਣ ਨਾਲ, ਕੋਰੇ ਪੈਣ ਨਾਲ ਬਰਫ਼ ਬਣ ਜਾਂਦਾ ਹੈ ਨਾ। ਪਾਣੀ ਤਾਂ ਚਲਾਏਮਾਨ ਹਰ ਸਮੇਂ, ਪਰ ਉਹ ਬਰਫ਼ ਪੈਣ ਨਾਲ, ਕੋਰਾ ਪੈਣ ਨਾਲ, ਉਹ ਠੰਡ ਪੈਣ ਨਾਲ ਬਰਫ਼ ਬਣ ਜਾਂਦਾ ਹੈ। ਪਰ ਜਿਵੇਂ ਜਿਵੇਂ ਉਹ ਰੋਸ਼ਨੀ ਸੂਰਜ ਦੀ ਪੈਂਦੀ ਤਪਸ਼, ਉਹੀ ਬਰਫ਼ ਹੌਲੀ ਹੌਲੀ ਪਿਘਲਣ ਲੱਗ ਜਾਂਦੀ ਹੈ। ਸੂਰਜ ਕਿਰਨ ਮਿਲੇ, ਸੂਰਜ ਦੀਆਂ ਕਿਰਨਾਂ ਜਦੋਂ ਮਿਲਦੀਆਂ ਨੇ, ਜਲ ਕਾ ਜਲ ਹੁਆ ਰਾਮ, ਤਾਂ ਉਹ ਬਰਫ਼ ਪਿਘਲ ਕੇ ਫਿਰ ਦਰਿਆਵਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਫਿਰ ਜਾਂਦੀ ਕਿਹੜੇ ਪਾਸੇ ਹੈ?
ਸਮੁੰਦਰ ਵਾਲੇ ਪਾਸੇ, ਜਿੱਥੋਂ ਪਾਣੀ ਦਾ ਸਾਰਾ ਸਰੋਤ ਉਹੀ ਹੈ, ਆਪਣੇ ਮੂਲ ਵੱਲ ਚੱਲ ਪੈਂਦੀ ਹੈ। ਇਸੇ ਤਰ੍ਹਾਂ ਸਾਡਾ ਮੂਲ ਹੈ ਵਾਹਿਗੁਰੂ ਨਿਰੰਕਾਰ। ਸਾਡੀ ਆਤਮਾ ਇਹ ਵਿਸ਼ਿਆਂ ਦਾ, ਵਿਕਾਰਾਂ ਦਾ ਕੋਰਾ ਪੈਣ ਨਾਲ ਨਾ ਇਹ ਆਤਮਾ ਸਾਡੀ ਜੜ ਹੋ ਗਈ। ਸਾਡੀ ਆਤਮਾ ਚਲਾਏਮਾਨ ਨਹੀਂ, ਪਰ ਜਿਵੇਂ ਜਿਵੇਂ ਬੰਦਗੀ ਦੀ ਤਪਸ਼ ਪੈਂਦੀ ਹੈ, ਸ਼ਬਦ ਦੀ ਰੋਸ਼ਨੀ ਪੈਣ ਲੱਗ ਜਾਂਦੀ ਹੈ, ਤਾਂ ਸਾਡੀ ਇਹ ਆਤਮਾ ਪਿਘਲਣ ਲੱਗ ਜਾਂਦੀ ਹੈ। ਜਿਹਨੂੰ ਮਹਾਰਾਜ ਸੂਣੀ ਸਾਹਿਬ ਵਿੱਚ ਕਹਿੰਦੇ ਨੇ, ਹੋਰ ਕਿਸੇ ਤਰੀਕੇ ਨਾਲ ਇਹ ਆਤਮਾ ਦਰਵ ਨਹੀਂ ਹੋ ਸਕਦੀ, ਕੇਵਲ ਸ਼ਬਦ ਦੀ ਕਮਾਈ ਨਾਲ ਹੋ ਸਕਦੀ ਹੈ। ਭਾਵੇਂ ਕਿੰਨੇ ਵੀ ਯਤਨ ਕਰ ਲਵੇ, ਆਤਮਾ ਦਰਵ ਨਹੀਂ ਹੁੰਦੀ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਹੋਰ ਜਿੰਨੇ ਮਰਜੀ ਕੋਈ ਪੁੱਠਾ ਰੜਕੇ, ਧੂਣਾ ਤਪਾ ਲਵੇ, ਅੰਨ ਛੱਡ ਦੇਵੇ, ਆਤਮਾ ਦਰਵ ਨਹੀਂ ਆਉਂਦੀ, ਪਿਘਲਦੀ ਨਹੀਂ ਹੈ। ਪਰ ਜਿਵੇਂ ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨ ਲੱਗ ਪਏ, ਜਾਂ ਬਾਣੀ ਪੜ੍ਹਨ ਲੱਗ ਪਏ, ਜਾਂ ਮੂਲ ਮੰਤਰ ਦਾ ਜਿੰਨਾ ਪਿਆਰ ਨਾਲ ਤੇ ਜਿੰਨਾ ਸਾਵਧਾਨੀ ਨਾਲ ਕਰਾਂਗੇ, ਸਾਡੀ ਆਤਮਾ ਪਿਘਲਣ ਲੱਗ ਜਾਵੇਗੀ। ਉਹਦਾ ਪਤਾ ਕਿਵੇਂ ਲੱਗੇਗਾ? ਜਿਵੇਂ ਜਿਵੇਂ ਸਾਡੀ ਆਤਮਾ ਪਿਘਲੇਗੀ ਨਾ, ਸਾਨੂੰ ਦੂਜਿਆਂ ਨਾਲ ਪਿਆਰ ਪਵੇਗਾ, ਦੁਨੀਆ ਚੰਗੀ ਲੱਗਣ ਲੱਗ ਜਾਵੇਗੀ, ਬੰਦਾ ਨਫ਼ਰਤ ਨਹੀਂ ਕਰੇਗਾ। ਫਿਰ ਇਹਦੇ ਅੰਦਰ ਪਿਆਰ ਪੈਦਾ ਹੋਵੇਗਾ। ਇਹ ਮਨੁੱਖਤਾ ਨੂੰ ਪਿਆਰ ਕਰੇਗਾ, ਜੀਵ ਜੰਤੂਆਂ ਨੂੰ ਪਿਆਰ ਕਰੇਗਾ, ਕੁਦਰਤ ਨਾਲ ਇਹਦਾ ਪਿਆਰ ਹੋਵੇਗਾ। ਤਾਂ ਹੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਵਾਹਿਗੁਰੂ ਤੇਰੇ ਤੋਂ ਸਦਕੇ ਜਾਈਏ, ਤੂੰ ਆਪਣੇ ਸਾਰੇ ਜੀਵ ਜੰਤੂਆਂ ਵਿੱਚ ਵਸ ਰਿਹਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਨਾਲ ਪਿਆਰ ਪਵੇਗਾ, ਕਿਉਂਕਿ ਕੁਦਰਤ ਉਸ ਕਰਤੇ ਦੀ, ਉਹ ਕਰਤਾ ਵਿੱਚ ਵਸ ਰਿਹਾ ਹੈ। ਇਹ ਨਿਸ਼ਾਨੀਆਂ ਨੇ ਜਦੋਂ ਸਾਡੇ ਅੰਦਰ ਸ਼ਬਦ। ਹੁਣ ਤਾਂ ਸਾਨੂੰ ਪਿਆਰ ਆਪਣੇ ਪਰਿਵਾਰ ਨਾਲ ਵੀ ਨਹੀਂ ਰਿਹਾ, ਨਾ ਮਨੁੱਖ ਨੂੰ ਆਪਣੀ ਮਾਂ ਨਾਲ, ਨਾ ਪਿਓ ਨਾਲ, ਨਾ ਭਰਾਵਾਂ ਨਾਲ। ਕਿਉਂ? ਨਫ਼ਰਤ ਭਰੀ ਇਹਨਾਂ ਅੰਦਰ ਸਖਤ ਹੋ ਗਈ ਆਤਮਾ। ਪੈਸੇ ਦਾ ਹੀ ਕੰਮ ਰਹਿ ਗਿਆ, ਹੋਰ ਕੋਈ ਰਿਸ਼ਤਾ ਨਾਤਾ ਚੰਗਾ ਹੀ ਨਹੀਂ ਲੱਗਦਾ। ਪਰ ਜਦੋਂ ਆਤਮਾ ਦਰਵ ਰੂਪ ਵਿੱਚ ਆਉਂਦੀ, ਫਿਰ ਸਾਰੇ ਚੰਗੇ ਲੱਗਦੇ ਨੇ ਸਾਰੇ। ਇਹ ਆਪਣਾ ਪਰਿਵਾਰ ਤਾਂ ਛੱਡੋ, ਪਹਿਲਾਂ ਵੇਖੋ ਲੋਕਾਂ ਦੇ ਵਿੱਚ ਇੰਨਾ ਪਿਆਰ ਹੁੰਦਾ ਸੀ। ਕੋਈ ਧੀ ਭੈਣ ਆਪਣੀ ਨਗਰ ਤੋਂ ਬਾਹਰ ਵਿਆਹੀ ਹੈ, ਕੋਈ ਆਉਂਦਾ ਦਮਾਦ, ਉਹ ਕਹਿੰਦੇ ਸਾਰੇ ਪਿੰਡ ਦਾ ਜਾਈ। ਉਹ ਜਿਵੇਂ ਇੰਨਾ ਚਾਅ ਚੜ੍ਹ ਜਾਂਦਾ ਵੀ ਆਪਣਾ ਹੀ ਦਮਾਦ ਆ ਗਿਆ ਹੈ। ਹੁਣ ਆਪਣੇ ਹੀ ਦਮਾਦ ਨੂੰ ਲੋਕੀ ਸਤਿਕਾਰ ਦੇਣ ਨੂੰ ਤਿਆਰ ਨਹੀਂ, ਪਿਆਰ ਦੇਣ ਨੂੰ ਤਿਆਰ ਨਹੀਂ। ਪਹਿਲਾਂ ਨਗਰ ਦਾ ਵੀ ਆ ਜਾਣਾ, ਤੇ ਜਾਂ ਕਿਸੇ ਨੇ ਬਾਹਰੋਂ ਜਾਣਾ ਤਾਂ ਉਹਨਾਂ ਕਹਿਣਾ ਵੀ ਇਹ ਮੇਰੇ ਸਹੁਰੇ ਪਿੰਡ ਤੋਂ ਆਇਆ, ਇੰਨਾ ਚਾਅ ਚੜ੍ਹ ਜਾਣਾ। ਹੁਣ ਤਾਂ ਆਪਾਂ ਵੇਖਦੇ ਹਾਂ ਗਵਾਂਢੀ, ਕਈ ਵਾਰ ਸ਼ਹਿਰਾਂ ਵਿੱਚ ਇਹ ਵੀ ਨਹੀਂ ਪਤਾ ਲੱਗਦਾ ਸਾਡੇ ਗਵਾਂਢ ਵਿੱਚ ਕੌਣ ਵੱਸ ਰਿਹਾ ਹੈ। ਭਾਵ ਇੰਨਾ ਮਨੁੱਖ ਕੁਰੱਖਤ ਹੋ ਗਿਆ, ਇੰਨਾ ਪੱਥਰ ਦਿਲ ਹੋ ਗਿਆ ਵੀ ਇਹ ਵੀ ਨਹੀਂ ਪਤਾ ਹੁੰਦਾ ਸਾਡੇ ਗਵਾਂਢ ਵਿੱਚ ਕੌਣ ਰਹਿੰਦਾ ਹੈ। ਕਈ ਵਾਰ ਤਾਂ ਇਹ ਵੀ ਹੋ ਜਾਂਦਾ ਹੈ ਵੀ ਕਲੋਨੀ ਵਿੱਚ ਕੋਈ ਡੈਥ ਹੋ ਜਾਵੇ ਨਾ, ਉਹ ਵੀ ਨਹੀਂ ਪਤਾ ਲੱਗਦਾ, ਕਿਉਂਕਿ ਮਨੁੱਖ ਇੰਨਾ ਆਪਣੇ ਆਪ ਨੂੰ ਸੰਕੋਚ ਲਿਆ ਕਿ ਪਤਾ ਹੀ ਨਹੀਂ ਸਾਡੇ ਕਲੋਨੀ ਵਿੱਚ ਕੀ ਹੋ ਰਿਹਾ, ਕਿਸੇ ਦੇ ਘਰ ਵਿਆਹ ਹੋ ਰਿਹਾ, ਕੋਈ ਹੋ ਰਿਹਾ। ਪਹਿਲਾਂ ਸਾਰੇ ਪਤਾ ਲੱਗ ਜਾਂਦਾ ਸੀ, ਕਿਉਂਕਿ ਲੋਕਾਂ ਵਿੱਚ ਪਿਆਰ ਇੰਨਾ ਸੀ। ਆਤਮਾ ਜਿਵੇਂ ਜਿਵੇਂ ਸਖਤ ਹੁੰਦੀ ਹੈ ਨਾ, ਤਾਂ ਇਹਦਾ ਦਰਵਪੁਣਾ ਖਤਮ ਹੁੰਦਾ ਹੈ, ਅਤੇ ਇਹਦੇ ਅੰਦਰ ਉਹ ਕਰਖਤਾ ਆ ਜਾਂਦੀ ਹੈ। ਪਰ ਜਿਵੇਂ ਜਿਵੇਂ ਉਹ ਸ਼ਬਦ ਨਾਲ ਜੁੜਦੀ, ਰੱਬ ਨਾਲ ਜੁੜਦੀ ਹੈ, ਆਤਮਾ ਪਿਘਲਦੀ ਹੈ, ਅਤੇ ਪਿਘਲੀ ਹੋਈ ਆਤਮਾ ਉਹਨੂੰ ਸਾਰਾ ਸੰਸਾਰ ਚੰਗਾ ਲੱਗਦਾ ਹੈ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਹੇ ਵਾਹਿਗੁਰੂ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ। ਭਾਵ ਅਸੀਂ ਹੁਣ ਸਾਡੇ ਸਰੀਰ ਦੀ ਲੋੜ ਹੈ, ਉਹ ਤੂੰ ਹੀ ਪੂਰੀ ਕਰਨੀ ਹੈ। ਅਸੀਂ ਕਿਸੇ ਕੋਲੋਂ ਕਿਸੇ ਦਾ ਭਿਖਾਰੀ ਨਹੀਂ ਬਣਨਾ। ਜੇ ਮਾਲਾ ਆਪਣੀ ਲੀਜੈ, ਜੇਕਰ ਸਾਨੂੰ ਰੋਟੀ ਨਹੀਂ ਦੇਣੀ ਤੇ ਫਿਰ ਆਪਣੀ ਮਾਲਾ ਲੈ ਲੈ। ਭਾਵ ਅਸੀਂ ਤੇਰੀ ਭਗਤੀ ਨਹੀਂ ਕਰਨੀ। ਭਾਵ ਇੰਨਾ ਦਰਵ ਪਿਆਰ ਆ ਜਾਂਦਾ ਰੱਬ ਨਾਲ, ਜਿਵੇਂ ਬਾਲਕ ਬੱਚਾ ਆਪਣੇ ਮਾਂ ਪਿਓ ਨਾਲ ਗੱਲਾਂ ਕਰਦਾ। ਇਹ ਅੰਦਰ ਦੀਆਂ ਗੱਲਾਂ, ਰੂਹਾਨੀਅਤ ਦੀਆਂ ਗੱਲਾਂ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੋ ਮੰਗੋ ਸੰਤਨ ਦੇਨਾ, ਮੈਂ ਨਾਹੀ ਕਿਸੀ ਕਾ ਦੇਨਾ। ਨਾਲ ਜਿੱਥੇ ਵੇਖੋ ਉਹਨਾਂ ਨੇ ਰੋਟੀ ਮੰਗੀ ਹੈ ਨਾ,
ਜਿੱਥੇ ਕਿਰਤ ਮੰਗੀ ਹੈ ਉੱਥੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਵੀ ਮੰਗੀ ਹੈ। ਜਿੱਥੇ ਉਹ ਆਪਣੇ ਵਾਸਤੇ ਭੋਜਨ ਮੰਗਦੇ ਨੇ ਉੱਥੇ ਆਤਮਾ ਵਾਸਤੇ ਭਜਨ ਵੀ ਮੰਗਿਆ ਹੈ। ਹੋ ਮੰਗੋ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ। ਹੇ ਵਾਹਿਗੁਰੂ, ਮੈਂ ਤੇਰੇ ਸੰਤਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ, ਮੈਂ ਕਿਸੇ ਦਾ ਮੁਹਤਾਜ ਨਹੀਂ ਹਾਂ। ਇੰਨਾ ਰੱਬ ਦਾ ਭਗਤ ਅੰਦਰੋਂ ਆਪਣੇ ਆਪ ਤੇ ਉਹਨੂੰ ਜਿਹੜਾ ਹੈ ਭਰੋਸਾ ਹੋ ਜਾਂਦਾ, ਮਾਣ ਹੁੰਦਾ ਹੈ ਰੱਬ ਤੇ। ਉਹ ਕਹਿੰਦਾ ਹੈ ਵਾਹਿਗੁਰੂ ਮੈਂ ਕਿਸੇ ਦਾ ਕਰਜ਼ਦਾਰ ਨਹੀਂ, ਬੇਫਿਕਰ ਹੋ ਜਾਂਦਾ, ਬੇਪਰਵਾਹ ਹੁੰਦਾ। ਜਿਹਨੇ ਕਰਜ਼ਾ ਦੇਣਾ ਉਹਨੂੰ ਫਿਕਰ ਹੁੰਦਾ ਹੈ, ਉਹਨੂੰ ਫਿਕਰ ਲੱਗਾ ਹੈ ਜਿਹਨੇ ਕਿਸੇ ਦਾ ਦੇਣਾ ਹੈ। ਜਿਹੜਾ ਰੱਬ ਦਾ ਪਿਆਰਾ ਹੈ, ਕਿਉਂਕਿ ਜਦੋਂ ਆਪਾਂ ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਨਾ ਤਾਂ ਆਪਾਂ ਨੂੰ ਫਿਕਰ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖੋ ਜਿਹੜਾ ਸਾਡਾ ਇਹ ਸਰੀਰਕ ਜੀਵਨ ਹੈ ਨਾ, ਇਹਦੇ 'ਤੇ ਲੋਨ ਹੈ, ਇਹਦੇ 'ਤੇ ਕਰਜ਼ਾ ਹੈ। ਜੋ ਸ਼ਾਸਤਰ ਨੇ ਕਿਹਾ ਹੈ ਉਹ ਹੈ ਇੱਕ ਤਾਂ ਬ੍ਰਹਮ ਰਿਣ ਹੈ। ਬ੍ਰਹਮ ਰਿਣ ਕੀ ਹੈ? ਜੋ ਵਾਹਿਗੁਰੂ ਨਿਰੰਕਾਰ ਨੇ ਸਾਡਾ ਸਰੀਰ ਰਚਿਆ ਹੈ, ਜਿਹੜਾ ਸਾਡਾ ਘਰ ਬਣਾਵੇ ਕਾਰੀਗਰ, ਆਪਾਂ ਉਹਨੂੰ ਕੁਝ ਨਾ ਕੁਝ ਦਿੰਦੇ ਆ ਨਾ। ਜਿਹੜਾ ਕੋਈ ਸਾਡਾ ਮੰਜਾ ਬੁਣੇ, ਕੱਪੜਾ ਤਿਆਰ ਕਰਕੇ ਦੇਵੇ, ਆਪਾਂ ਕੁਝ ਨਾ ਕੁਝ ਦਿੰਦੇ ਆ ਉਹਨੂੰ। ਜਿਸ ਵਾਹਿਗੁਰੂ ਨੇ ਇਹ ਸਰੀਰ ਬਣਾਇਆ ਹੈ, ਆਪਾਂ ਨੂੰ ਉਹਦੀ ਭਗਤੀ ਕਰਨੀ ਪਵੇਗੀ। ਉਹ ਸਾਡੇ ਸਿਰ ਬ੍ਰਹਮ ਰਿਣ ਕਿਹਾ ਗਿਆ ਉਹਨੂੰ। ਫਿਰ ਇਸ ਸਰੀਰ ਨੂੰ ਚਲਾਉਣ ਵਾਲੇ ਦੇਵਤੇ ਹਨ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਇਹ ਦੇਵਤੇ, ਹਵਾ ਵੀ ਇਹਨੂੰ ਪਵਨ ਦੇਵਤਾ ਕਿਹਾ ਗਿਆ ਹੈ, ਸਾਡੇ ਸਰੀਰ ਨੂੰ ਚਲਾ ਰਹੇ ਨੇ। ਇਹਨਾਂ ਦੇਵਤਿਆਂ ਦਾ ਵੀ ਸਾਡੇ ਸਿਰ ਰਿਣ ਹੈ, ਕਿਉਂਕਿ ਜਿਹੜਾ ਸਾਡਾ ਕੋਈ ਕੰਮ ਕਰਦਾ ਹੈ, ਸਾਡਾ ਕੁਝ ਸਵਾਰਦਾ ਹੈ, ਆਪਾਂ ਸਾਡਾ ਵੀ ਤਾਂ ਫਰਜ਼ ਬਣਦਾ ਹੈ ਨਾ, ਆਪਣਾ ਫਰਜ਼ ਬਣਦਾ ਹੈ। ਉਹ ਦੇਵ ਰਿਣ ਵੀ ਸਾਡੇ ਸਿਰ ਹੈ। ਬ੍ਰਹਮ ਰਿਣ ਹੋ ਗਿਆ, ਦੇਵ ਰਿਣ ਹੋ ਗਿਆ। ਫਿਰ ਅੱਗੇ ਹੋ ਗਿਆ ਪਿਤਰੀ ਰਿਣ ਆ ਗਿਆ। ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ, ਮਾਂ ਨੇ ਆਪਣੀ ਕੁੱਖ ਵਿੱਚ ਰੱਖਿਆ, ਫਿਰ ਸਾਡਾ ਜਨਮ ਹੋਇਆ ਤਾਂ ਉਹ ਸਾਨੂੰ ਪਾਲਦੀ ਹੈ। ਪਿਤਾ ਕਮਾ ਕੇ ਲਿਆਉਂਦਾ ਹੈ, ਉਹ ਸਾਡੀ ਮਾਤਾ ਨੂੰ ਵੀ ਪਾਲਦਾ ਹੈ, ਖੁਰਾਕ ਦਿੰਦਾ ਹੈ ਕਮਾ ਕੇ ਲਿਆ ਕੇ ਵਧੀਆ, ਫਿਰ ਸਾਡੀ ਪਾਲਣਾ। ਇਹਨੂੰ ਪਿਤਰ ਰਿਣ ਕਿਹਾ ਗਿਆ ਹੈ ਕਿ ਅਸੀਂ ਉਹਨਾਂ ਦੀ ਸੇਵਾ ਕਰੀਏ ਤਾਂ ਉਹ ਸਾਡੇ ਤੋਂ ਰਿਣ ਲੈਂਦਾ ਹੈ। ਦੇਵਤਿਆਂ ਦਾ ਰਿਣ ਕਿਵੇਂ ਲਏਗਾ? ਜਦੋਂ ਆਪਾਂ ਵਾਹਿਗੁਰੂ ਦੀ ਭਗਤੀ ਕਰਾਂਗੇ ਅਤੇ ਜਿਵੇਂ ਪਵਨ ਨੂੰ ਸੰਭਾਲਣਾ, ਦਰਖਤ ਲਗਾਉਣੇ, ਹੋਰ ਇਸ ਤਰ੍ਹਾਂ ਦੇ ਕਾਰਜ ਕਰਨੇ। ਇਸ ਤਰ੍ਹਾਂ ਇਹ ਪਿਤਰ ਰਿਣ, ਦੇਵ ਬ੍ਰਹਮ ਰਿਣ ਹੋ ਗਿਆ, ਦੇਵ ਰਿਣ ਹੋ ਗਿਆ, ਪਿਤਰ ਰਿਣ ਹੋ ਗਿਆ। ਫਿਰ ਰਾਜ ਰਿਣ ਹੁੰਦਾ ਹੈ। ਜਿਸ ਰਾਜ ਵਿੱਚ ਆਪਾਂ ਰਹਿ ਰਹੇ ਹਾਂ, ਉੱਥੋਂ ਦਾ ਰਾਜਾ ਸਾਨੂੰ ਕਿੰਨੇ ਤਰ੍ਹਾਂ ਦੀਆਂ ਸਹੂਲਤਾਂ ਦਿੰਦਾ ਹੈ। ਸਾਡਾ ਵੀ ਰਾਜੇ ਪ੍ਰਤੀ ਫਰਜ਼ ਬਣਦਾ ਵੀ ਆਪਣਾ ਜਿਹੜਾ ਇੱਥੋਂ ਦਾ ਰਾਜ ਹੈ ਉਹਦੇ ਪ੍ਰਤੀ ਆਪਣਾ ਫਰਜ਼ ਨਿਭਾਈਏ, ਚੰਗੇ ਕਰਮ ਕਰੀਏ। ਜਿੱਥੇ ਕੋਈ ਰਾਜ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਹਦੀ ਰਖਵਾਲੀ ਵਾਸਤੇ ਯਤਨਸ਼ੀਲ ਹੋਈਏ। ਇਹ ਇਸ ਤਰ੍ਹਾਂ ਇਹ ਰਿਣ ਮੰਨੇ ਗਏ ਨੇ ਸ਼ਾਸਤਰ ਦੇ ਵਿੱਚ। ਜਿਹੜਾ ਰੱਬ ਦਾ ਪਿਆਰਾ ਭਗਤੀ ਕਰਕੇ ਉਹ ਐਸੀ ਅਵਸਥਾ ਵਿੱਚ ਚਲਾ ਜਾਂਦਾ, ਉਹ ਸਾਰੇ ਰਿਣਾਂ ਤੋਂ ਮੁਕਤ ਹੋ ਜਾਂਦਾ ਹੈ। ਕਿਉਂਕਿ ਉਹਦੀ ਭਗਤੀ ਦੀ ਵਾਈਬ੍ਰੇਸ਼ਨ ਨਾਲ ਉਹ ਕੋਈ ਮਾੜਾ ਕਰਮ ਕਰਦਾ ਹੀ ਨਹੀਂ ਹੈ, ਬਲਕਿ ਉਹਦੇ ਨਾਲ ਜਿਵੇਂ ਕੋਈ ਆਪਣੇ ਵਿੱਚੋਂ ਬੱਚਾ ਕੋਈ ਪੜ੍ਹ ਕੇ ਖਿਡਾਰੀ ਬਣ ਗਿਆ, ਉਹ ਸਗੋਂ ਆਪਣੇ ਰਾਜ ਦੀ ਸ਼ੋਭਾ ਵਧਾਉਂਦਾ, ਆਪਣੇ ਮਾਂ ਪਿਓ ਦੀ, ਆਪਣੇ ਗੁਰੂ ਦੀ। ਉਹ ਗੁਰੂ ਵੀ ਕਹਿ ਦਿੰਦਾ ਮੈਨੂੰ ਹੋਰ ਕੁਝ ਲੋੜ ਨਹੀਂ, ਬਸ ਇਸ ਚੇਲੇ ਨੇ ਤਾਂ ਮੇਰਾ ਨਾਂ ਚਮਕਾ ਦਿੱਤਾ ਹੈ। ਉਹਦੇ ਸਾਰੇ ਲੋਨ ਕਰਜ਼ੇ ਲੈ ਜਾਂਦੇ ਨੇ, ਬਲਕਿ ਸਰਕਾਰ ਉਹਨੂੰ ਸਨਮਾਨਿਤ ਕਰਦੀ ਹੈ ਵੀ ਇਹ ਖਿਡਾਰੀ ਨੇ ਸਾਡੇ ਦੇਸ਼ ਦਾ ਨਾਂ, ਸਾਡਾ ਨਾਂ ਰੋਸ਼ਨ ਕੀਤਾ ਹੈ। ਇਸ ਤਰ੍ਹਾਂ ਵਾਹਿਗੁਰੂ ਦਾ ਜੋ ਨਾਮ ਜਪਦਾ ਹੈ, ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥੈ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਗੁਰੂ ਨੇ ਨਾਮ ਦੇਤਾ, ਸਾਰਾ ਹੀ ਰਿਣ ਲੈ ਗਿਆ।
सब तरह का जिहड़ा करजा सी वो लै गया, बेफिक्र हो गए। ਉਹੀ वचन इत्थे भगत कबीर साहब जी कहते ਉਹ अवस्था ਜਦੋਂ मिल गई, कहते मैं हुण किसी का देनदार नहीं हाँ। भाव जीवन इन्ना उच्चा चला गया। माधो कैसी बने तुम संगे, आव न देवो ता लेवो मंगे राओ। हे माधो वाहिगुरु, माधो कहते माया का मालक खसम वाहिगुरु निरंकार। माधो कैसी बने तुम संगे, तेरे नाल साडी किवें बने, भाव तेरे नाल असीं किवें जुड़े रहीए। किरपा कर आप ना देहो तां लेवो मंगे, जे तू ना सानू देवे असीं तेरे कोलों मंग लांगे। भाव असीं तेरे नालों प्रीत नहीं तोड़ांगे, ਜਿਹੜੀ ਸਾਡੀ ਲੋੜ ਹੈ ਉਹ ਅਸੀਂ ਤੇਰੇ ਕੋਲੋਂ ਹੀ ਮੰਗਣੀ ਹੈ, ਭਾਵੇਂ ਦੁਨਿਆਵੀ ਹੈ ਤੇ ਭਾਵੇਂ ਰੂਹਾਨੀਅਤ ਦੀ ਹੈ। ਜਿਵੇਂ ਦੁਰਗਾਦਾਸ ਪੰਡਤ ਜਿਹੜਾ ਹਰਿਆਣੇ ਵਿੱਚ ਪੈਂਦਾ ਮੇੜਾ ਪਿੰਡ, ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਹਰ ਸਾਲ ਯਾਤਰਾ 'ਤੇ ਜਾਂਦੇ ਸਨ, ਇੱਥੇ ਰੁਕਦੇ ਸਨ। ਉਸ ਪੰਡਤ ਨੇ ਜਦੋਂ ਮਹਾਰਾਜ ਜੀ ਦੇ ਚਰਨ ਕਮਲ ਵਿੱਚ ਪਦਮ ਵੇਖਿਆ ਤੇ ਉਹਨੇ ਮਹਾਰਾਜ ਜੀ ਨੇ ਕੁਝ ਦੇਣਾ ਚਾਹਿਆ ਤੇ ਉਹਨੇ ਆਖਿਆ ਸੀ ਅਜੇ ਨਹੀਂ, ਤੁਸੀਂ ਜਾਂ ਤਾਂ ਚੱਕਰਵਰਤੀ ਰਾਜੇ ਬਣੋਗੇ ਜਾਂ ਇਹ ਜਿਹੜਾ ਪਦਮ ਦੱਸ ਰਿਹਾ ਵੀ ਤੁਸੀਂ ਧਰਮ ਦੇ ਵਿੱਚ ਕੋਈ ਐਸੀ ਵੱਡੀ ਪ੍ਰਾਪਤੀ ਕਰੋਗੇ, ਤੁਹਾਨੂੰ ਧਰਮ ਦਾ ਕੋਈ ਤਖਤ ਵੱਡਾ ਪ੍ਰਾਪਤ ਹੋਵੇਗਾ, ਉਦੋਂ ਮੰਗਾਂਗਾ। ਅਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹ ਗੁਰਤਾ ਗੁਰਗੱਦੀ ਪ੍ਰਾਪਤ ਹੋਈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਵਾਰੀ ਫਿਰ ਗਏ ਸੀ ਤੀਰਥਾਂ ਦਾ ਭਲਾ ਕਰਨ ਵਾਸਤੇ। ਉਹ ਤੁਖਾਰੀ ਰਾਗ ਦੇ ਵਿੱਚ ਬਚਨ ਆਉਂਦਾ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗਏ ਤਾਂ ਉਸ ਨਗਰ ਵਿੱਚ ਦੀ ਲੰਘਦੇ ਹੋਏ ਉਸ ਥਾਂ 'ਤੇ ਜਦੋਂ ਟਿਕਾਣਾ ਕੀਤਾ, ਉਹ ਪੰਡਤ ਨੂੰ ਪਤਾ ਲੱਗ ਗਿਆ। ਉਹ ਆਇਆ ਮਹਾਰਾਜ ਜੀ ਦੇ ਕੋਲ ਚੱਲ ਕੇ ਅਤੇ ਮਹਾਰਾਜ ਜੀ ਨੇ ਕਹਿੰਦੇ ਮੈਨੂੰ ਪਛਾਣਿਆ ਪਾਤਸ਼ਾਹ? ਕਹਿੰਦੇ ਹਾਂ। ਮਹਾਰਾਜ ਕਹਿੰਦੇ ਮੰਗ ਕੀ ਚਾਹੀਦਾ ਹੈ, ਦੁਨਿਆਵੀ ਰਾਜ ਕਿ ਨਾਮ ਦਾ ਦਾਨ? ਤਾਂ ਉਹ ਕਹਿਣ ਲੱਗਾ ਮਹਾਰਾਜ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਚਨ ਆਉਂਦੇ ਨੇ, ਜੇ ਨਾਮ ਦੇ ਧਨ ਨਹਿ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ। ਜੇ ਮੈਂ ਇਕੱਲਾ ਨਾਮ ਮੰਗ ਲਵਾਂ ਤੁਹਾਡੇ ਕੋਲੋਂ, ਤੁਸੀਂ ਮੈਨੂੰ ਨਾਮ ਦੇ ਦੇਵੋ, ਤਾਂ ਮਹਾਰਾਜ ਜੇ ਮੈਨੂੰ ਤੁਸੀਂ ਇਕੱਲਾ ਦੁਨਿਆਵੀ ਧਨ ਦੇਵੋ, ਨਾਮ ਨਾ ਦੇਵੋ ਤਾਂ ਮੈਂ ਜਮਾ ਦੀ ਪੂਰੀ ਜਾਵਾਂਗਾ, ਕਿਉਂਕਿ ਧਨ ਮਨੁੱਖ ਦੀ ਮੱਤ ਮਾਰ ਦਿੰਦਾ ਹੈ। ਜੇ ਧਨ ਦੇ ਨਾਮ ਨਾ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ। ਜੇ ਨਾਮ ਦੇ ਧਨ ਨਹਿ ਦੇਵੈ, ਧਨ ਬਿਨਾ ਜਨ ਜਗ ਨਾ ਸੁਹਾਏ। ਜੇ ਇਕੱਲਾ ਨਾਮ ਹੀ ਦੇ ਦੇਵੋ, ਧਨ ਨਾ ਦੇਵੋ, ਤਾਂ ਮਹਾਰਾਜ ਧਨ ਤੋਂ ਬਿਨਾਂ ਤਾਂ ਦੁਨੀਆ ਵਿੱਚ ਬੰਦੇ ਦੀ ਸ਼ੋਭਾ ਹੀ ਨਹੀਂ ਹੈ। ਦੁਨੀਆ ਦੇ ਸੁੱਖ ਪਦਾਰਥ ਦੇ ਨਾਲ ਹੀ ਮਿਲਦੇ ਨੇ। ਗੁਰ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੰਖ ਚਲਾਏ। ਮਹਾਰਾਜ ਤੁਸੀਂ ਤਾਂ ਦੋਵੇਂ ਹੀ ਧਾਰਾ ਚਲਾਈਆਂ ਨੇ, ਦੁਨਿਆਵੀ ਧਨ ਦੀਆਂ ਵੀ ਔਰ ਨਾਮ ਦੀਆਂ। ਕਿਰਪਾ ਕਰੋ ਮੈਨੂੰ ਦੋਵੇਂ ਹੀ ਦਾਤਾਂ ਬਖਸ਼ਿਸ਼ ਕਰੋ। ਮੈਂ ਤੁਹਾਡੇ ਕੋਲੋਂ ਹੀ ਮੰਗਣਾ ਹੈ, ਹੋਰ ਕਿਸੇ ਕੋਲੋਂ ਨਹੀਂ ਮੰਗਣਾ। ਸਤਿਗੁਰੂ ਜੀ ਨੇ ਨਾਮ ਦਾ ਦਾਨ ਦਿੱਤਾ ਅਤੇ ਕਿਹਾ ਨਾਮ ਜਪਿਆ ਕਰ, ਸਾਰਾ ਕੁਝ ਹੀ ਮਿਲ ਜਾਵੇਗਾ। ਆਪਾਂ ਵੀ ਚਾਹੁੰਦੇ ਹਾਂ ਨਾ ਸਾਰਾ ਕੁਝ ਮਿਲੇ, ਤਾਂ ਵਾਹਿਗੁਰੂ ਦਾ ਨਾਮ ਜਪਿਆ ਕਰੋ। ਔਰ ਜਪਣ ਦੀ ਸਾਨੂੰ ਮਹਾਰਾਜ ਨੇ ਮਰਿਆਦਾ ਦਿੱਤੀ, ਸਮਾਂ ਵੀ ਦਿੱਤਾ ਹੈ। ਸਮਾਂ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋਗੇ ਨਾ, ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚਰੇ ਨਿਕੁਟੈ ਨਾਈ। ਅੱਜ ਕੱਲ੍ਹ ਮਨੁੱਖ ਪੜ੍ਹ ਲਿਖ ਕੇ ਨਾ ਹੰਕਾਰੀ ਬੜਾ ਹੋ ਗਿਆ, ਕਹਿੰਦਾ ਮੈਂ ਬੜਾ ਸਿਆਣਾ, ਦਿਨੇ ਪੜ੍ਹ ਲਓ ਬਾਣੀ, ਦਿਨੇ ਕੀ ਹੁੰਦਾ ਹੈ। ਦੇਖੋ ਜਿਹੜਾ ਬੱਚਾ ਸ਼ੁਰੂਆਤ ਵਿੱਚ ਹੈ ਨਾ, ਉਹਨੂੰ ਸਕੂਲ ਦਾ ਟਾਈਮ ਫੋਲੋ ਕਰਨਾ ਪਵੇਗਾ। ਜਿਹੜਾ ਪੜ੍ਹ ਕੇ ਟੀਚਰ ਬਣ ਗਿਆ, ਜਿਹਨੂੰ ਗਿਆਨ ਹੋ ਗਿਆ ਹੈ, ਉਹਨੂੰ ਹੁਣ ਸਕੂਲ ਦੇ ਟਾਈਮ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਪੜ੍ਹਿਆ ਲਿਖਿਆ ਜਦੋਂ ਮਰਜ਼ੀ ਪੜ੍ਹੀ ਜਾਵੇ, ਉਹਨੂੰ ਗਿਆਨ ਹੋ ਗਿਆ ਹੈ। ਪਰ ਜਿਹਨੂੰ ਅਜੇ ਊੜਾ ਐੜਾ ਵੀ ਨਹੀਂ ਆਉਂਦਾ, ਉਹ ਵੀ ਪੜ੍ਹੇ ਲਿਖੇ ਦੀ ਰੀਸ ਕਰਨ ਲੱਗ ਜਾਵੇ ਤੇ ਕਿਵੇਂ ਬਣੇਗੀ? ਆਪਣੀ ਹਾਲਤ ਤਾਂ ਅਜੇ ਊੜੇ ਐੜੇ ਵਾਲੀ। ਆਪਾਂ ਤਾਂ ਸ਼ੁਰੂਆਤ ਕਰਨੀ ਹੈ ਨਾ,
ਸਾਨੂੰ ਜਿਹੜਾ ਸਮਾਂ ਮਹਾਰਾਜ ਨੇ ਕਿਹਾ ਉਹ ਅੰਮ੍ਰਿਤ ਵੇਲੇ ਦਾ ਦੱਸਿਆ ਹੈ। ਅੰਮ੍ਰਿਤ ਵੇਲੇ ਜਿਵੇਂ 72 ਦਾ ਸਮਾਂ ਹੁੰਦਾ ਗੁਰਮੁਖੋ, ਹੁਣ ਜਿਵੇਂ ਦੇਖੋ ਜੋ ਕਣਕਾਂ ਦੀ ਫਸਲ ਹੈ ਉਹ 72 ਸੀ, 72 ਦੇ ਮੁਤਾਬਕ ਜਿਹੜਾ ਹੈ ਅੱਗੇ ਬੀਜਿਆ ਜਾਣਾ ਹੈ, ਝੋਨਾ ਲਾਇਆ ਹੋਇਆ ਹੈ, ਝੋਨੇ ਦਾ ਸਮਾਂ ਸੀ ਨਾ, ਹੁਣ ਅੱਗੇ ਆ ਕੇ ਕਣਕ ਦਾ ਸਮਾਂ ਆ ਜਾਣਾ ਹੈ। ਜੇ ਆਪਾਂ ਉਦੋਂ ਝੋਨਾ ਲਾਵਾਂਗੇ ਤੇ ਆਪਾਂ ਉਹਨੂੰ ਜਿਹੜੀ ਮਿਹਨਤ ਕਰਾਂਗੇ ਉਹ ਵੀ ਪੈਸਾ ਵੀ ਲਾਵਾਂਗੇ ਉਹ ਬੇਕਾਰ ਚਲਾ ਜਾਵੇਗਾ। ਹੁਣ ਕਣਕ ਦਾ ਸਮਾਂ ਆ ਰਿਹਾ, ਉਹਦਾ 72 ਹੁੰਦਾ ਹੈ, 72 ਲੰਘ ਗਿਆ ਤੇ ਫਿਰ ਲਾਭ ਨਹੀਂ ਮਿਲਦਾ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਅੰਮ੍ਰਿਤ ਵੇਲੇ ਸਾਡੇ ਹਿਰਦੇ ਵਿੱਚ ਇੱਕ 72 ਬਣਿਆ ਹੁੰਦਾ ਹੈ। ਅੰਮ੍ਰਿਤ ਵੇਲੇ ਹਿਰਦੇ ਵਿੱਚ ਨਾਮ ਜੇ ਜਪਿਆ ਜਾਵੇ ਉਹ ਬੜਾ ਛੇਤੀ ਫਲੀਭੂਤ ਹੁੰਦਾ ਹੈ, ਉਹਦਾ ਬੜਾ ਛੇਤੀ ਲਾਭ ਮਿਲਦਾ ਹੈ। ਤੁਸੀਂ ਕਰਕੇ ਵੇਖ ਲਵੋ 2-4 ਮਹੀਨੇ ਲਗਾਤਾਰ ਅੰਮ੍ਰਿਤ ਵੇਲੇ ਉੱਠ ਕੇ ਇੱਕ ਨੇਮ ਬਣਾ ਕੇ ਕਰਕੇ ਵੇਲੋ, ਪਤਾ ਆਪਣੇ ਆਪ ਲੱਗ ਜਾਵੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਰਹਾਓ ਵਿਸ਼ਰਾਮ ਦੇ ਕੇ, ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ। ਬਸ ਇਹ ਵਾਹਿਗੁਰੂ ਮੈਨੂੰ ਜ਼ਿਆਦਾ ਕੁਝ ਨਹੀਂ ਚਾਹੀਦਾ, ਜਿਹੜੀ ਰੋਜ਼ ਦੀ ਲੋੜ ਹੈ, ਦੋਏ ਸਿਰ ਮੰਗੋ ਚੂਨਾ, ਮੈਨੇ ਆਟਾ, 2 ਸਿਰ ਆਟਾ ਚਾਹੀਦਾ ਹੈ ਪਰਿਵਾਰ ਵਾਸਤੇ, ਔਰ ਪਾਓ ਘਿਓ ਸੰਗ ਲੂਣਾ, ਪਾਈਆ ਘਿਓ ਵੀ ਚਾਹੀਦਾ ਹੈ, ਨਾਲ ਲੂਣ ਵੀ ਚਾਹੀਦਾ ਹੈ। ਅੱਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜੀਵਾਲੇ, ਅੱਧਾ ਸਿਰ ਦਾਲ ਵੀ ਚਾਹੀਦੀ ਹੈ, ਜਿਹਦੇ ਨਾਲ ਦੋਵੇਂ ਸਮੇਂ ਮੇਰੇ ਸਰੀਰ ਦਾ ਨਿਰਵਾਹ ਹੋ ਜਾਵੇ, ਪਰਿਵਾਰ ਦਾ ਖਰਚਾ ਚੱਲਦਾ ਰਹੇ। ਕਿਉਂਕਿ ਜੇ ਪਰਿਵਾਰ ਦਾ ਖਰਚਾ ਨਹੀਂ ਤੇ ਫਿਰ ਵੀ ਬੰਦਗੀ ਵਿੱਚ ਮਨ ਨਹੀਂ ਲੱਗਦਾ, ਆਪਣਾ ਕਾਰੋਬਾਰ ਨਾ ਚੱਲੇ ਤੇ ਬੰਦਗੀ ਕਿੱਥੋਂ ਕਰ ਲਵਾਂਗੇ। ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ, ਕਾਰੋਬਾਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਚੱਲਦਾ। ਇਸ ਕਰਕੇ ਕਾਰੋਬਾਰ ਦੀ ਦਾਤ ਵੀ ਰੱਬ ਕੋਲੋਂ ਮੰਗਣੀ ਹੈ, ਨਾ ਕਿਸੇ ਜੋਤਸ਼ੀ ਕੋਲੋਂ, ਨਾ ਕਿਸੇ ਮੌਲਵੀ ਕੋਲੋਂ ਮੰਗਣੀ ਹੈ। ਉਹ ਤਾਂ ਆਪਣਾ ਕਾਰੋਬਾਰ ਖੋਲ੍ਹ ਕੇ ਬਹਿ ਗਏ ਨੇ, ਆਪਾਂ ਉਹਨਾਂ ਕੋਲ ਚੱਲ ਪੈਂਦੇ ਹਾਂ। ਜੇਕਰ ਇੰਨੇ ਹੀ ਉਹ ਕਾਰੋਬਾਰ ਵਾਲੇ ਚਲਾਉਣ ਵਾਲੇ ਹੁੰਦੇ ਨਾ, ਤਾਂ ਗੁਰਮੁਖੋ ਗੁਰਬਾਣੀ ਦੇ ਵਿੱਚ ਇੱਕ ਪ੍ਰਮਾਣ ਆਇਆ ਹੈ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਕਿ ਜਿਸ ਸਮੇਂ ਏਮਨਾਬਾਦ ਦੀ ਜਿਹੜੀ ਧਰਤੀ ਹੈ ਬਾਬਰ ਨੇ ਚੜ੍ਹ ਕੇ ਆਉਣਾ ਸੀ, ਤਾਂ ਜਿਹੜੇ ਇੱਥੋਂ ਦੇ ਪਠਾਨ ਸੀ ਨਾ ਉਹ ਬੜੇ ਹੰਕਾਰੀ ਹੋ ਚੁੱਕੇ ਸੀ, ਤੇ ਉਹਨਾਂ ਨੇ ਕੁਝ ਪੀਰ ਤੇ ਜਿਹੜੇ ਹਿੰਦੂ ਸੀ ਸੈਨਿਕ ਅਫਸਰ, ਉਹਨਾਂ ਨੇ ਆਪਣੇ ਪੰਡਤਾਂ ਨਾਲ ਗੱਠਜੋੜ ਕੀਤੀ ਹੋਈ ਸੀ। ਉਹ ਕਹਿੰਦੇ ਤੁਹਾਨੂੰ ਸ਼ਸਤਰ ਚਲਾਉਣ ਦੀ ਲੋੜ ਨਹੀਂ ਹੈ, ਲੜਾਈ ਕਰਨ, ਇਹ ਕੁਝ ਕਰਨ ਦੀ ਲੋੜ ਨਹੀਂ, ਐਸ਼ ਕਰੋ। ਜਿਹੜੇ ਸਾਰੇ ਐਸ਼ ਪ੍ਰਸਤੀ ਹੋ ਕੇ ਹੰਕਾਰੀ ਹੋ ਚੁੱਕੇ ਸੀ, ਤੇ ਪੰਡਤ ਤੇ ਮੌਲਵੀ ਆਪਣੇ ਆਪਣੇ ਧਰਮ ਦੇ ਮੁਤਾਬਕ ਇਹਨਾਂ ਲੋਕਾਂ ਦੀ ਖੁਸ਼ਾਮਦ ਕਰਕੇ ਉਹ ਆਪਣਾ ਗੁਜ਼ਾਰਾ ਚਲਾਉਂਦੇ ਸੀ। ਉਹ ਕਹਿੰਦੇ ਅਸੀਂ ਤੁਹਾਡੇ ਸਾਰੇ ਗ੍ਰਹਿ ਨਛੱਤਰ ਟਾਲ ਦਿਆਂਗੇ, ਤੁਹਾਡੇ ਤੇ ਔਖਾ ਸਮਾਂ ਆਉਣਾ ਹੀ ਨਹੀਂ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਜਦੋਂ ਪਠਾਣਾਂ ਨੂੰ ਪਤਾ ਲੱਗ ਗਿਆ ਨਾ ਵੀ ਬਾਬਰ ਮੀਰ ਆ ਰਿਹਾ ਹੈ, ਬਾਬਰ ਚੜ੍ਹਾਈ ਕਰਕੇ ਉਹਨਾਂ ਨੇ ਕਈਆਂ ਪੀਰਾਂ ਨੂੰ ਇਕੱਠਾ ਕਰ ਲਿਆ, ਜਿਹੜੇ ਮੌਲਵੀ, ਜਿਹੜੇ ਧਾਗੇ ਕਰਕੇ ਦਿੰਦੇ, ਤਵੀਤ ਕਰਕੇ ਦਿੰਦੇ, ਤੇ ਪੰਡਤਾਂ ਜਿਹੜੇ ਹਿੰਦੂ ਅਫਸਰ ਸੀ ਮੰਤਰੀ, ਉਹਨਾਂ ਨੇ ਆਪਣੇ ਪੰਡਤ ਬ੍ਰਾਹਮਣ ਸਾਧ ਲਏ। ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ। ਉਹ ਬੜੇ ਮੰਤਰ ਪੜ੍ਹੇ, ਬੜੇ ਧਾਗੇ ਤਵੀਤ ਬੰਨੇ ਗੁੱਟਾਂ ਦੇ, ਪਰ ਕੋਈ ਵੀ ਮੁਗਲ ਸਿਪਾਹੀ ਬਾਬਰ ਦਾ ਇੱਕ ਵੀ ਸਿਪਾਹੀ ਅੰਨਾ ਨਹੀਂ ਹੋਇਆ। ਤੇ ਫਿਰ ਕੀ ਹੋਇਆ? ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ। ਰਤਨਾ ਵਰਗੇ ਸਰੀਰ ਬਾਬਰ ਦੇ ਹਲਕੇ ਸਿਪਾਹੀਆਂ ਨੇ ਚੀਰ ਕੇ ਰੱਖ ਦਿੱਤੇ। ਏਮਨਾਬਾਦ ਦੇ ਵਿੱਚ ਖੂਨ ਦੀਆਂ ਨਦੀਆਂ ਚੱਲ ਪਈਆਂ, ਜਿਨ੍ਹਾਂ ਨੇ ਇਹਨਾਂ ਪੰਡਤਾਂ ਤੇ ਜੋਤਸ਼ੀਆਂ ਤੇ ਮੌਲਵੀਆਂ ਤੇ ਭਰੋਸਾ ਕੀਤਾ। ਆਪਣੀ ਜਾਨ ਤੋਂ, ਮਾਲ ਤੋਂ, ਇੱਜ਼ਤ ਤੋਂ, ਸਾਰੇ ਪਾਸੇ ਤੋਂ ਹੱਥ ਧੋ ਬੈਠੇ, ਸਾਰਾ ਕੁਝ ਆਪਣਾ ਗਵਾ ਲਿਆ। ਇਸ ਕਰਕੇ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਕਿਹਾ, ਮੇਰਾ ਖਾਲਸਾ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਇਹਨਾਂ ਤੇ ਭਰੋਸਾ ਨਹੀਂ ਕਰਨਾ, ਤੁਸੀਂ ਸ਼ਬਦ ਨਾਲ ਜੁੜਨਾ ਹੈ, ਨਾਮ ਨਾਲ ਜੁੜਨਾ ਹੈ।
ਔਰ ਜਿਹੜੀ ਆਪਣੀ ਰੋਜੀ ਰੋਟੀ ਹੈ, ਕਾਰੋਬਾਰ, ਉਹ ਵੀ ਰੱਬ ਕੋਲੋਂ ਮੰਗਣਾ ਹੈ। ਪਰਮਾਤਮਾ ਤੂੰ ਕਿਰਪਾ ਕਰ, ਤੂੰ ਬਖਸ਼ਿਸ਼ ਕਰ। ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ। ਖਾਟ ਮੰਗੋ ਚੌਪਾਈ, ਸਰਹਾਨਾ ਅਵਰ ਤੁਲਾਈ। ਔਰ ਇੱਕ ਚਾਰਪਾਈ ਵੀ ਚਾਹੀਦੀ, ਮੰਜਾ ਵੀ ਚਾਹੀਦਾ, ਬਿਸਰਾ ਸਰਹਾਣਾ ਆਦਿਕ ਤੁਲਾਈ ਵੀ ਚਾਹੀਦੀ ਹੈ। ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਤੀਂਦਾ। ਉੱਪਰ ਕੱਪੜਾ ਲੈਣ ਵਾਸਤੇ ਸੌਣ ਲੱਗਿਆ ਉਹ ਵੀ ਚਾਹੀਦਾ ਹੈ, ਤਲਾਈ ਰਜਾਈ। ਔਰ ਇਸ ਤਰ੍ਹਾਂ ਤੇਰੀ ਭਗਤ ਕਰੇ ਜਨ ਤੀਂਦਾ। ਤੀਂਦਾ ਮੈਨੇ ਜਿਹੜਾ ਅੰਦਰੋਂ ਭਿੱਜਿਆ ਹੋਇਆ। ਹੇ ਵਾਹਿਗੁਰੂ, ਐਸੀ ਕਿਰਪਾ ਕਰ, ਮੈਂ ਇਸ ਤਰ੍ਹਾਂ ਮੈਨੂੰ ਰੋਜੀ ਰੋਟੀ ਵੀ ਦੇ ਤੇ ਬੰਦਗੀ ਦਾ ਦਾਨ ਵੀ ਦੇ। ਮੈਂ ਨਾ ਹੀ ਕੀਤਾ ਲੱਭੋ, ਮੈਂ ਕੋਈ ਲਾਲਚ ਨਹੀਂ ਕੀਤਾ। ਇਹ ਮੇਰੇ ਸਰੀਰ ਦੀ ਜਿੰਨੀ ਕੁ ਲੋੜ ਹੈ ਉਹੀ ਮੈਂ ਮੰਗਿਆ ਹੈ। ਇੱਕ ਨਾਉ ਤੇਰਾ ਮੈਂ ਫੱਬੋ। ਰੋਟੀ ਇਹ ਪਦਾਰਥ ਤਾਂ ਸਰੀਰ ਵਾਸਤੇ ਮੰਗੇ ਨੇ, ਅਸਲ ਵਿੱਚ ਤੇ ਮੈਂ ਤੇਰੇ ਨਾਮ ਨਾਲ ਹੀ ਫੱਬਦਾ ਹਾਂ। ਤੇਰਾ ਨਾਮ ਜਪਦਾ ਹੋਇਆ ਹੀ ਚੰਗਾ ਲੱਗਦਾ ਹਾਂ, ਇਸ ਕਰਕੇ ਮੈਨੂੰ ਨਾਮ ਦਿਓ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਭਗਤ ਕਬੀਰ ਸਾਹਿਬ ਕਹਿੰਦੇ ਮੇਰਾ ਰੱਬ ਨਾਲ ਮਨ ਮੰਨਿਆ ਹੈ। ਜਦੋਂ ਰੱਬ ਨਾਲ ਮਨ ਮੰਨ ਗਿਆ ਤਾਂ ਰੱਬ ਨੂੰ ਜਾਣ ਲੈਂਦਾ ਹੈ। ਅਜੇ ਆਪਾਂ ਰੱਬ ਨੂੰ ਮੰਨਿਆ ਨਹੀਂ, ਆਪਾਂ ਕਹਿੰਦੇ ਤਾਂ ਹਾਂ ਵੀ ਰੱਬ ਹੈ, ਪਰ ਅਜੇ ਮੰਨਿਆ ਨਹੀਂ। ਜਿਸ ਦਿਨ ਮੰਨ ਲਿਆ ਤਾਂ ਫਿਰ ਇਹ ਮਨ ਰੱਬ ਦੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਮੈਂ ਰਹਿਮਤ ਕਰਨ, ਸਤਿਗੁਰੂ ਦੀ ਅੰਮ੍ਰਿਤ ਬਾਣੀ ਨੂੰ ਕਮਾਈਏ, ਬਾਣੀ ਨਾਲ ਜੁੜੀਏ। ਸਾਧ ਸੰਗਤ, ਜੇ ਸਾਡਾ ਕਾਰੋਬਾਰ ਕਿਰਤ ਵਿਰਤ ਕੋਈ ਢਿੱਲ ਮੱਠ ਹੈ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਰੀਰ ਠੀਕ ਨਹੀਂ ਹੈ ਤਾਂ ਵੀ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿਠੈ ਸਭ ਦੁੱਖ ਜਾਏ। ਗੁਰੂ ਨਾਲ ਜੁੜੀਏ, ਬਾਣੀ ਨਾਲ ਜੁੜੀਏ। ਸਭ ਤਰ੍ਹਾਂ ਕਰਕੇ ਰਹਿਮਤਾਂ ਬਖਸ਼ਿਸ਼ਾਂ ਸਤਿਗੁਰੂ ਜੀ ਕਰਦੇ ਨੇ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਬੇਨਤੀ ਹੈ, 20 ਤਰੀਕ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋਤੀ ਜੋ ਸਮਾਨ ਦਾ ਗੁਰਪੁਰਬ ਆ ਰਿਹਾ ਹੈ। ਅੱਜ ਹੁਣ ਸਹਿਜ ਪਾਠ ਰੱਖਿਆ ਜਾਣਾ ਹੈ। ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।